ਸਤਿ ਸ਼੍ਰੀ ਅਕਾਲ ਜੀ। ਪੰਜਾਬ ਬੁਲੇਟਿਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਦੀ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਭਾਰੀ ਪੁਲਿਸ ਬਲ ਤਾਇਨਾਤ, 2 ਦਿਨਾਂ ਦੇ ਲਈ ਯੂਨੀਵਰਸਿਟੀ ਕੀਤੀ ਗਈ ਬੰਦ। ਵਾਈਸ ਚਾਂਸਲਰ ਦਾ ਬਿਆਨ, ਕਿਹਾ ਸੈਨੇਟ ਚੋਣਾਂ ਛੇਤੀ ਹੋਣਗੀਆਂ। ਪੰਜਾਬ ਯੂਨੀਵਰਸਿਟੀ ਪਹੁੰਚੇ ਸਤਿੰਦਰ ਸਰਤਾਜ, ਪੰਜਾਬ ਯੂਨੀਵਰਸਿਟੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਹੋਏ ਸ਼ਾਮਿਲ, ਕਿਹਾ ਇਸ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਜਥੇਦਾਰ ਗੜਗੜ, ਦੋਵੇਂ ਸਰਕਾਰਾਂ ਦਾ ਕੀਤਾ ਧੰਨਵਾਦ। ਭਾਰਤ ਸਰਕਾਰ ਕੋਲੋਂ ਸ਼੍ਰੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ। ਵਿਕਰਮਜੀਤ ਸਿੰਘ ਸਾਨੀ ਨੇ ਨੰਗਲ ਸੋਹਲ ਦਾ ਕੀਤਾ ਦੌਰਾ, ਕਿਸਾਨਾਂ ਦੇ ਦਰਦ ਨੂੰ ਸਮਝਿਆ, ਮੌਕੇ ਤੇ ਲਿਆ ਹਾਲਾਤਾਂ ਦਾ ਜਾਇਜ਼ਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਯੂਨੀਵਰਸਿਟੀ ਦੇ ਵਿੱਚ ਭਾਵੇਂ ਹਲਫੀਆ ਬਿਆਨ ਤੇ ਸੈਨੇਟ ਸਿੰਡੀਕੇਟ ਨਾਲ ਸੰਬੰਧਿਤ ਦੋਵੇਂ ਹੀ ਵਿਵਾਦ ਹੱਲ ਹੋ ਗਏ ਨੇ, ਇਸ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਜਾਰੀ ਨੇ। ਇਸੇ ਦੇ ਲਈ ਹੁਣ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅੰਦਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਨੇ। ਇਸੇ ਦੌਰਾਨ ਹੀ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਸੈਨੇਟ ਚੋਣਾਂ ਛੇਤੀ ਹੋਣਗੀਆਂ, ਪਰ ਵਿਦਿਆਰਥੀ ਨੇ ਕਿਹਾ ਹੈ ਕਿ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇ ਤਾਂ ਉਹ ਰੋਸ ਮੁਜ਼ਾਹਰੇ ਬੰਦ ਕਰ ਦੇਣਗੇ। ਪੰਜਾਬ ਯੂਨੀਵਰਸਿਟੀ ਨੇ ਹਲਫੀਆ ਬਿਆਨ ਵਾਲਾ ਆਪਣਾ ਫੈਸਲਾ ਵਾਪਸ ਲੈ ਲਿਆ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸੈਨੇਟ ਸਿੰਡੀਕੇਟ ਭੰਗ ਕਰਨ ਦੇ ਨੋਟੀਫਿਕੇਸ਼ਨ ਰੱਦ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਹੁਣ ਵਿਦਿਆਰਥੀ ਸਾਰੇ 91 ਸੈਨੇਟ ਮੈਂਬਰਾਂ ਦੀ ਚੋਣ ਦੇ ਲਈ ਚੋਣ ਮਿਤੀ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਨੇ। ਇੱਕ ਅਜਿਹਾ ਕਦਮ ਜੋ ਵਿਵਾਦ ਨੂੰ ਹੋਰ ਡੂੰਘਾ ਕਰ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਜਵਾਬ ਦੇ ਵਿੱਚ ਕਿਹਾ ਹੈ ਕਿ ਪੀਯੂ ਨੇ ਸਿੱਖਿਆ ਮੰਤਰਾਲੇ ਦੇ 7 ਨਵੰਬਰ ਦੇ ਨੋਟੀਫिकेशन ਦੇ ਅਨੁਸਾਰ ਸੈਨੇਟ ਚੋਣਾਂ करवाने की प्रक्रिया शुरू कर दी है। हाँ, स्टूडेंट्स को जैसे मैंने आपको बोला है, हमने बोल दिया है, मिनिस्ट्री ने भी नोटिफाई कर दिया है। हम इलेक्शन शेड्यूल अनाउंस करेंगे आफ्टर फॉलोइंग द ड्यू प्रोसीजर। सो वी आर रिक्वेस्टिंग देम सिंस यस्टरडे नाइट टू एंड द प्रोटेस्ट। कैलेंडर के अकॉर्डिंग जो ड्यूरेशन रिक्वायर्ड है, वोटर लिस्ट वगैरह बनानी होती है, और जो शेड्यूल है दैट इज़ टू बी अप्रूव्ड बाय द चांसलर ऑफ द यूनिवर्सिटी। दैट प्रोसीजर हैज़ टू बी फॉलोड। वो उनका राइट है। ਤੁਹਾਨੂੰ ਦੱਸ ਦਈਏ ਕਿ 10 ਨਵੰਬਰ ਨੂੰ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਪੰਜਾਬ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ। ਇਨ੍ਹਾਂ ਦਿਨਾਂ ਦੇ ਵਿੱਚ ਕੋਈ ਕਲਾਸਾਂ ਨਹੀਂ ਹੋਣਗੀਆਂ। ਉਧਰ ਦੂਸਰੇ ਪਾਸੇ ਆਪ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਪਹੁੰਚੇ। ਇਸ ਦੌਰਾਨ ਉਹਨਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਹੈ ਕਿ ਸੈਨੇਟ ਤੇ ਸਿੰਡੀਕੇਟ ਦੇ ਗਠਨ ਦਾ ਅੰਤਿਮ ਉਦੇਸ਼ ਅਤੇ ਟੀਚਾ ਅਣਗੌਲਿਆ ਰਹਿੰਦਾ ਹੈ। ਉਹਨਾਂ ਦੇ ਲਈ ਚੋਣਾਂ ਜਾਂ ਫਿਰ ਚੋਣ ਸ਼ੈਡਿਊਲ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ 59 ਸਾਲ ਪੁਰਾਣੇ ਸੈਨੇਟ ਅਤੇ ਸਿੰਡੀਕੇਟ ਨੂੰ ਇੱਕ ਛੋਟੇ ਵੱਡੇ ਪੱਧਰ ਤੇ ਨਾਮਜ਼ਦ ਢਾਂਚੇ ਨਾਲ ਬਦਲਣ ਦੇ ਫੈਸਲੇ ਨੇ ਪੰਜਾਬ ਦੇ ਵਿੱਚ ਤਿੱਖੀ ਰਾਜਨੀਤਿਕ ਪ੍ਰਕਿਰਿਆਵਾਂ ਪੈਦਾ ਕਰ ਦਿੱਤੀਆਂ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ने असंवैधानिक करार देता है। देखिए, बुनियादी सवाल यही है हमारा कि डेफिनेटली 28 अक्टूबर वाला नोटिफिकेशन जो कि इलीगल और अनकॉन्स्टिट्यूशनल था, वो तो डेफिनेटली विड्रॉ हुआ है भारत सरकार की तरफ से। लेकिन अल्टीमेटली जो पर्पज़ है, जो गोल है कि सेनेट और सिंडिकेट कॉन्स्टिट्यूट होनी चाहिए, वो तो उसकी इलेक्शन को लेकर, इलेक्शन शेड्यूल को लेकर कोई बात नहीं हुई। तो डेफिनेटली एज सुन एज पॉसिबल उनको इलेक्शन शेड्यूल जारी करना चाहिए और पंजाब यूनिवर्सिटी की सेनेट और सिंडिकेट कॉन्स्टिट्यूट करना चाहिए। नंबर 1। नंबर 2, जो 1 साल इलेक्शन डिले हुए हैं, जो पिछले 24 नवंबर 2024 को टर्म खत्म हुई हो, तो 1 साल जो सेनेट नहीं वर्किंग में थी, उसके लिए जिम्मेवार कौन है? तो जो वर्किंग रही है उस पर कई सवालिया निशान है, तो उसकी इंक्वायरी कब होगी? डेफिनेटली आम आदमी पार्टी फ्रॉम द फर्स्ट डे जो पंजाब यूनिवर्सिटी के डेमोक्रेटिक सेटअप को बचाने के लिए 10 नवंबर की कॉल है, हम इसको सपोर्ट करते हैं और कल पूरी पार्टी का कैडर इसमें मोबिलाइज होगा। ਪੰਜਾਬੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕਿਹਾ ਹੈ ਕਿ ਮੈਂ ਵਿਦਿਆਰਥੀਆਂ ਦੇ ਇਸ ਅੰਦੋਲਨ ਲਈ ਇੱਥੇ ਹਾਂ, ਮੈਂ ਇੱਥੇ ਏਕਤਾ ਦੇ ਲਈ ਆਇਆ ਹਾਂ। ਇਹ ਸਿੱਖਿਆ ਮੰਤਰਾਲੇ ਦੀ ਬਹੁਤ ਸਿਆਣਪ ਹੈ। ਉਹਨਾਂ ਨੇ 10 ਦਿਨ ਪਹਿਲਾਂ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ, ਇਸ ਲਈ ਇਸ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ। Hello, this is Dr. Satinder Sartaj. I am here today for this agitation from the students, and I am here for the solidarity of the students. This is very wise of the higher education, the Ministry of Education of India, that they have repealed the notification which they have given 10 days prior.
So we are appealing again, just announce the election date for the Senate so it can be resolved peacefully. Thank you so very much. Sir, this is undemocratic, which central government is doing with Punjab University. But I think this is very gracefully maintained with the Ministry of the Higher Education. We have to cherish that and we have to appreciate that too. ਕਿਉਂਕਿ ਇਹ ਬਹੁਤ ਘੱਟ ਹੁੰਦਾ, ਤੁਸੀਂ ਦੇਖੋ ਕਿੱਡੇ ਕਿੱਡੇ ਲੰਬੇ ਸੰਘਰਸ਼ ਚੱਲਦੇ ਆ, कितने ज़्यादा नुकसान होते हैं, उसके बाद जाके ये चीज़ें रिजॉल्व होती हैं। और मैं इस बात से बहुत खुश हूँ कि स्टूडेंट की सॉलिडारिटी की आवाज़ को उन्होंने सुना, चाहे वाइस चांसलर साहब ने सुना, चाहे रजिस्ट्रार साहब ने सुना, चाहे मिनिस्ट्री ऑफ द हायर एजुकेशन ने सुना। ये बहुत खुशी की बात है और मुझे ये बहुत उम्मीद है कि जिस चीज़ के लिए अभी ये मोर्चा अभी जारी रह चुका है, वो जल्दी ही सेनेट की इलेक्शन की डेट की अनाउंसमेंट करनी है। दे कैन अनाउंस एनी टाइम। सो बट मेरी ये दरख्वास्त है आप सबसे भी और स्टूडेंट से भी कि इसको बहुत ही पीसफुली, being the mannered student, being the representative of the institution, that glorious one, we have to be very calm also। नोबल ब्रांड एम्बेसडर हैं आप, इस मुद्दे को अगर जरूरत पड़ी तो केंद्र सरकार लेकर जाएंगे 100% जा सकते हैं। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਸ਼ਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਸਿੱਖ ਜਥੇ ਨਾਲ ਪਾਕਿਸਤਾਨ ਗਏ ਹੋਏ ਸਨ, ਅਟਾਰੀ ਵਾਗਾ ਬਾਰਡਰ ਰਾਹੀਂ ਭਾਰਤ ਪਰਤੇ। ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਗਏ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜਥਾ ਭਾਰਤ ਵਾਪਸ ਪਰਤ ਆਇਆ ਹੈ। ਇਸ ਜਥੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਸ਼ਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਸਨ, ਜੋ ਅੱਜ ਅਟਾਰੀ ਵਾਗਾ ਬਾਰਡਰ ਰਾਹੀਂ ਭਾਰਤ ਪਹੁੰਚੇ। ਵਾਪਸੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਗੁਰੂ ਘਰਾਂ ਵਿੱਚ ਦਰਸ਼ਨ ਦੇ ਅਨੁਭਵ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ, ਕਿਉਂਕਿ ਸਿੱਖ ਪੰਥ ਦੇ ਇੱਕ ਪਰਿਵਾਰ ਆ ਨਾ, ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ, ਉਹ ਵਾਸੀ ਅਨੰਦਪੁਰ ਸਾਹਿਬ ਦਾ, ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ। ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੇਵਾ ਉੱਥੇ 50 ਲੱਖ ਆ, ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ, ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ। ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ, ਚੜ੍ਹਦੀ ਕਲਾ 'ਚ ਰਹਿਣ ਦਾ, ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ। ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਨਨਕਾਣਾ ਸਾਹਿਬ ਵੀ ਮੈਂ ਕੀਤਾ ਸੀ, ਇੱਥੇ ਵੀ ਮੈਂ ਦੁਬਾਰਾ ਤੋਂ ਕਰਦਾ ਕਿ ਜਿਹੜਾ ਹਾਲਾਤ ਚੰਗੇ ਹੋਏ। ਬਾਕੀ ਮੈਂ ਕੱਲ੍ਹ ਗਿਆ ਸੀ ਕਰਤਾਰਪੁਰ ਸਾਹਿਬ, ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿੱਛੇ ਦੇ ਜਦੋਂ ਹੜ੍ਹ ਆਏ ਆ ਤੇ ਕਾਫੀ ਨੁਕਸਾਨ ਹੋਇਆ, ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ। ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਹੈ। ਤੋ ਕਰਤਾਰਪੁਰ ਸਾਹਿਬ ਉਡੀਕਦਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ। ਤੇ ਮੈਂ ਕੱਲ੍ਹ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ, ਜਿੱਥੇ ਅਮਨ ਅਮਾਨ ਦੀ ਅਰਦਾਸ ਕੀਤੀ, ਉੱਥੇ ਸਿੱਖ ਕੌਮ ਦੇ ਵਾਧੇ ਤੇ ਚੜ੍ਹਦੀ ਕਲਾ ਦੀ, ਤੇ ਨਾਲ ਹੀ ਅਰਦਾਸ ਕੀਤੀ ਗਈ ਉੱਥੇ ਸਿੱਖ ਸੰਗਤ ਜਾਵੇ। ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਸੀ। ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ। ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ, ਪਰ ਚੰਗਾ ਸੁਖਾਵਾਂ ਮਾਹੌਲ ਆ ਮੈਨੂੰ ਲੱਗਦਾ। ਦੱਸ ਦੇਣਾ ਚਾਹਾਂਗੇ ਕਿ ਜਥੇਦਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦੀ ਖੋਲ੍ਹਿਆ ਜਾਵੇ ਤਾਂ ਜੋ ਹੋਰ ਵੱਡੀ ਗਿਣਤੀ ਵਿੱਚ ਸਿੱਖ ਯਾਤਰੀ ਦਰਸ਼ਨ ਲਈ ਜਾ ਸਕਣ। ਉਹਨਾਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਜਲਦ ਹੀ ਕੋਰੀਡੋਰ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਵੇਗੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਮਾਵਰਤੀ ਪਿੰਡ ਨੰਗਲ ਸੋਹਲ ਪਹੁੰਚੇ, ਜਿੱਥੇ ਉਹਨਾਂ ਨੇ ਹੜ੍ਹ ਪੀੜਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਤਾਰਾਂ ਦੇ ਵਿਚਕਾਰ ਆਉਣ ਵਾਲੀ ਜ਼ਮੀਨ ਤੇ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ BSF ਵੱਲੋਂ ਡੀ ਸ਼ਿਲਟਿੰਗ ਦੀ ਇਜਾਜ਼ਤ ਨਾ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰਿਆ ਪਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਉੱਥੇ ਕੰਮ ਸ਼ੁਰੂ ਕਰੇਗੀ ਤਾਂ ਜੋ ਕਿਸਾਨ ਜਲਦੀ ਬਿਜਾਈ ਕਰ ਸਕਣ। ਸ਼ਾਇਦ ਹੀ ਕੋਈ ਸਨੀਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ। ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ, ਸੈਲੀਬ੍ਰਿਟੀ ਵੀ ਆਏ, ਅਨਾਉਂਸਮੈਂਟਾਂ ਹੋ ਗਈਆਂ। ਜਿਵੇਂ ਇੱਥੇ ਨਹੀਂ ਪਹੁੰਚੇ, ਹੁਣੇ ਤੁਸੀਂ ਦੇਖਿਆ ਉਹ ਜੱਟਾਂ ਪਿੰਡ 'ਚ ਪਾਣੀ ਭਰਿਆ ਸੀ 150 ਏਕੜ 'ਚ, ਉਹ ਮੇਨ ਜਗ੍ਹਾ ਹੋ ਗਏ। ਚਲੋ ਆਏ, ਫਿਰ ਅਸੀਂ ਵੇਅਰ ਹਾਊਸ ਖੋਲ੍ਹਿਆ ਅਜਨਾਲਾ 5 ਏਕੜ 'ਚ। ਉਹ ਜਿਹੜਾ ਵੇਅਰ ਹਾਊਸ, ਉੱਥੋਂ ਕਿੱਟਾਂ ਜਿਹੜੀਆਂ ਫੋਗਰ ਮਸ਼ੀਨਾਂ, ਪਲੰਗ, ਸ਼ਾਲਾਂ, ਬਿਸਤਰੇ, ਬਰਤਨ, ਉਹ ਸਾਰੇ ਉੱਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ। ਉਹ ਅੱਜ ਵੀ ਵੰਡਿਆ। ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋੜ ਸੀ। ਫਿਰ ਅਸੀਂ 8 ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ, ਉੱਥੇ ਧਰਮਕੋਟ ਪੱਤਨ ਵੀ
ਕੰਮ ਕਲੀਅਰ ਹੋ ਗਿਆ। ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ। ਉੱਥੇ ਵੀ ਮੇਰਾ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇੱਧਰ, ਫਿਰ ਦਰਿਆ ਦੇ ਉੱਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆਨੰਦਗੜ੍ਹ ਵਾਲਿਆਂ ਨਾਲ। ਤੇ ਅਸੀਂ ਹੁਣ ਉੱਥੇ ਪੰਜ ਗਰਾਈ ਵੀ ਜਾਣਾ, ਜਿੱਥੇ ਵੀ ਰੇਤਾ ਪਾਣੀ ਰਹਿ ਗਿਆ। ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਹਿਗੁਰੂ ਨੇ ਜਿੰਨਾ ਕੁ ਅਸੀਂ ਕਰ ਸਕੇ, ਕਿਉਂਕਿ ਸਾਨੂੰ ਫਿਕਰ ਕਣਕ ਦੀ ਬਿਜਾਈ ਦਾ ਸੀ। ਕਿੰਨਾ ਸਕੂਨ ਸਮਝਦੇ ਜੀ ਆਪਣੇ ਆਪ ਨੂੰ, ਕਿੰਨਾ ਸਕੂਨ ਮਿਲਦਾ ਜੀ? ਨਹੀਂ, ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ, ਉਹ ਜਿਹੜੀ ਹੈ ਉਹਦਾ ਕਾਰੇ ਪਈ ਹੈ। ਉਹਦਾ ਘੱਟੋ ਘੱਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ, ਕਿਉਂਕਿ ਮੈਂ ਪਹਿਲਾਂ ਇੱਥੇ 3 ਵਾਰੀ ਆਇਆ। ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ, ਵੀਡੀਓ ਵੀ ਮੈਂ ਮੰਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਵੀ ਕੰਮ ਚੱਲ ਰਿਹਾ। ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਬਈ ਠੀਕ ਹੈ, ਇਹ ਪਿੰਡਾਂ ਦੇ ਵਿੱਚ ਜਿੱਦਾਂ ਜਿੱਥੇ ਗਏ ਆ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਨਾ ਦੇ ਰਾਜਵੰਸ਼ੀ ਨਗਰ ਵਿੱਚ ਮਹਾਵੀਰ ਮੰਦਿਰ ਦਾ ਦੌਰਾ ਕੀਤਾ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇੱਕ ਪਾਸੜ ਮਾਹੌਲ ਹੈ। ਜੰਗਲ ਰਾਜ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਨੇ। ਇਸ ਦੌਰਾਨ ਉਹਨਾਂ ਤੇਜਸਵੀ ਯਾਦਵ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਹੁਣ ਮਹਾਗਠਜੋੜ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਕਰਾਰੀ ਹਾਰ ਤੋਂ ਬਾਅਦ ਆਰਜੇਡੀ ਟੁੱਟ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਰਾਹੁਲ गांधी ਨੂੰ ਨਿਸ਼ਾਨੇ ਤੇ ਲਿਆ। एक तरफा माहौल है, जंगल राज की स्मृतियां आज भी लोगों के दिमाग में ताजा है और जो सुशासन, विकास और जन कल्याण एनडीए की भारी विजय का कारण बनेगा। तेजस्वी के तेज को तेज प्रताप ने खत्म कर दिया, ना प्रताप बचा ना तेज बचा, परिवार ही बिखर गया। और आज मैं कह रहा हूं कि महापराजय होगी महागठबंधन की, और इस पराजय के बाद आरजेडी बिखर जाएगी। लालू जी का कुनबा तो बिखर ही गया, एक दिल के टुकड़े हजार हुए, कोई इधर गिरा कोई उधर गिरा। अच्छा, बाकी सारी कसर राहुल गांधी जी ने पूरी कर दी थी। जिन मुद्दों को लेके तेजस्वी साल 2 साल से काम कर रहे थे, राहुल जी बीच में आ गए, एसआईआर, वोट चोरी, जो वास्तव में कहीं मुद्दा ही नहीं था। वोट चोरी की बात करना अपनी पराजय को स्वीकार करना था, क्योंकि जनता ने यह माना कि अगर गलत नाम कटते हैं तो इसमें दिक्कत क्या है। और भारतीय जनता पार्टी, एनडीए, एक तरफ प्रधानमंत्री नरेंद्र मोदी जी की लोकप्रियता, नीतीश बाबू का काम, दोनों ने मिलकर महालहर यहां पैदा की है। उधर हरियाणा के मुख्यमंत्री नायब सिंह सैनी का बिहार चोणां ते वड्डा बयान सामने आया। उन्हें कहा कि प्रधानमंत्री मोदी और नीतीश कुमार की अगवाई हेठ बिहार दे विच एनडीए सरकार वड्डे फर्क नाल सत्ता विच आ रही है। लोकां दा उत्साह वेखण योग है। एनडीए सरकार दोबारा भारी बहुमत नाल बन रही है। देखिए, बिहार के अंदर आदरणीय नरेंद्र मोदी जी और नीतीश कुमार के नेतृत्व के अंदर बिहार में एनडीए की सरकार बहुत बड़े मार्जिन के साथ आ रही है। मैं आज 2 विधानसभाओं के रोड शो के अंदर था और लोगों का जो उत्साह, जो जोश, यूथ, महिलाएं और बिहार के लोगों का जो जोश था वो देखते ही बन रहा था। बड़ी मात्रा के अंदर दोबारा फिर एनडीए की सरकार बिहार के अंदर बन रही है। लोग विकास चाहते हैं, लोग योजनाएं उन तक पहुंचे, लोग बिहार प्रदेश विकसित भारत के अंदर शामिल हो उसको चाहते हैं और उसको लेकर के लोग लगातार बिहार के लोग वोटिंग करने के लिए तैयार हैं और बड़े मार्जिन के साथ एनडीए की सरकार बन रही है। लुधियाना के जैन मंदिर चौक नजदीक एक भयानक सड़की हादसा वापरिया। इस हादसे दौरान डिलीवरी बॉय जतिन कुमार नामक 21 साला नौजवान की मौत हो गई है। सो दस देना चाहांगे कि स्कूली बस के नाल यह हादसा वापरिया। परिवारक मैंबरां ने गुस्से विच आए अते स्कूल बस की भंनतोड़ की तां मौके तो बस चालक फरार हो गया। लुधियाना के जैन मंदिर चौक नजदीक एक भयानक हादसा वापरिया। घटना विच डिलीवरी बॉय जतिन नामक 21 साला नौजवान की मौके ते ही मौत हो गई। उपरंत मौके ते बस चालक फरार हो गया। फिलहाल मौके ते पहुंची पुलिस वालों मामले संबंधी जांच की जा रही है। उन्हें कहा है कि जल्द ही बस ड्राइवर को काबू कर लिया जाएगा।
ਇੱਕ ਨਾ ਧਾਂਦਰਾ ਰੋਡ ਤੇ ਜੈਨ ਮੰਦਿਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ। ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਉਹਨੂੰ ਲੈ ਆਇਆ ਸੀ ਬੱਚੇ ਨੂੰ। ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਨੇ ਕੋਈ ਡੈਥ ਹੋ ਗਈ ਆ। ਉਹ ਹੁਣ ਵੈਰੀਫਾਈ ਕਰਦੇ ਅੰਦਰ ਹਸਪੀਟਲ ਤੋਂ। ਕਿੰਨੀ ਕੁ ਉਮਰ ਆ? ਹਜੇ ਆਏ ਹੀ ਆ ਜੀ, ਹਜੇ ਆ ਕੇ ਵੈਰੀਫਾਈ ਕਰ। ਕਿੰਨੀ ਭੰਨ-ਤੋੜ ਕੀਤੀ ਗਈ ਹੈ ਬੱਸ ਦੀ? ਨਹੀਂ ਮੈਂ ਹਜੇ ਆਇਆ ਹੀ ਆ ਬ੍ਰਦਰ, ਆ ਕੇ ਮੌਕੇ ਤੇ ਖੜਿਆ। ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ। ਵੈਰੀਫਾਈ ਕਰਦੇ ਆ, ਵੈਰੀਫਾਈ ਕਰਕੇ ਜੋ ਵੀ ਬਣਦਾ ਉਹ ਕਰਵੇਗਾ। ਜਾਂਚ ਚੱਲ ਰਹੀ ਹੈ ਜੀ। ਹਾਂਜੀ ਵੈਰੀ ਉਧਰ ਪਰਿਵਾਰ ਦੇ ਦੱਸਣ ਮੁਤਾਬਿਕ 21 ਸਾਲਾ ਨੌਜਵਾਨ ਜਤਿਨ ਇੱਕ ਕੰਪਨੀ ਦੇ ਵਿੱਚ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਉਹ ਇਸੇ ਹੀ ਸਿਲਸਿਲੇ ਵਿੱਚ ਜੈਨ ਮੰਦਰ ਚੌਂਕ ਨਜ਼ਦੀਕ ਗਿਆ ਸੀ, ਜਿੱਥੇ ਉਹ ਸਕੂਲੀ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਸਮੇਤ ਮੌਜੂਦ ਲੋਕਾਂ ਨੇ ਜਿੱਥੇ ਬੱਸ ਚਾਲਕ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਗੁੱਸਾ ਜ਼ਾਹਿਰ ਕੀਤਾ ਹੈ ਤਾਂ ਉੱਥੇ ਹੀ ਉਸ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ। ਅੰਮ੍ਰਿਤਸਰ ਦੇ ਇਤਿਹਾਸਿਕ ਕੰਪਨੀ ਬਾਗ ਦੇ ਵਿੱਚ ਪਹਿਲੀ ਵਾਰ ਬਰਡ ਵਾਕ ਦਾ ਆਯੋਜਨ ਕੀਤਾ ਗਿਆ। ਸੋ ਇਸ ਵਿਸ਼ੇਸ਼ ਪ੍ਰੋਗਰਾਮ ਦੀ ਅਗਵਾਈ ਪੰਜਾਬ ਐਂਡ ਸਿੰਧ ਬੈਂਕ ਦੇ ਡਿਪਟੀ ਮੈਨੇਜਰ ਅਮਿਤ ਸ਼ਰਮਾ ਨੇ ਕੀਤੀ। ਉਹ ਪੇਸ਼ੇ ਨਾਲ ਪ੍ਰਬੰਧਕੀ ਅਧਿਕਾਰੀ ਨੇ, ਪਰ ਉਹਨਾਂ ਦਾ ਸ਼ੌਕ ਵਾਈਲਡ ਲਾਈਫ ਫੋਟੋਗ੍ਰਾਫੀ ਤੇ ਕੁਦਰਤੀ ਸੁਰੱਖਿਆ ਹੈ। ਉਹਨਾਂ ਦਾ ਮਕਸਦ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਪੰਛੀਆਂ ਦੀ ਸਹਾਇਤਾ, ਮਹੱਤਤਾ ਅਤੇ ਵਾਤਾਵਰਣ ਦੇ ਸੰਤੁਲਨ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਜਾਗਰੂਕ ਕਰਨਾ ਹੈ। आज हम यहाँ पे कंपनी बाग में अमृतसर में इकट्ठा हुए हैं। एक अमृतसर की पहली बर्ड वॉक करवाई जा रही है। ये बर्ड वॉक बेंगलोर की एक संस्था नेचर कंजर्वेशन फाउंडेशन और WWF इंडिया ने कोलैबोरेशन में करवाई है। 50 से ज़्यादा सिटीज़ में इसे करवाया जा रहा है। इसका उद्देश्य जो यंग बच्चे हैं, लोग हैं, उनको बर्ड्स के प्रति जागरूक करना है, उन्हें बर्ड्स दिखाना कि पंछी हमारे आसपास कैसे पंछी हैं। कंपनी बाग अमृतसर में जनरली जब लोग आते हैं तो यहाँ पे 5-6 तरह के 7 तरह के स्पीशीज़ देख के चले जाते हैं, लेकिन कंपनी बाग जो है वो करीबन 33 पंछियों का घर है और यहाँ पे हर गर्मियों में, सर्दियों में अलग अलग तरीके के स्पीशीज़ देखे जाते हैं। गर्मियाँ शुरू होते ही यहाँ पे जैसे कॉमन हॉक कुकू, जिसे हम मतलब पपीहा भी बोल लेते हैं, वो आता है। गर्मियों के सीज़न में यहाँ पे नॉब बिल डक भी देखी जा सकती है जो कि माइग्रेट होके आती है। इसके अलावा कंपनी बाग में कई ऐसे पंछी हैं जो कि किसी न किसी स्टेट या किसी देश के नेशनल या स्टेट बर्ड हैं। ਬਰਤਾਨੀਆ ਦੇ ਜਾਸੂਸਾਂ ਦੀ ਰਿਪੋਰਟ ਦੇ ਆਧਾਰ ਤੇ ਕੈਨੇਡਾ ਦੇ ਅਧਿਕਾਰੀਆਂ ਨੇ ਹਰਦੀਪ ਸਿੰਘ ਨੀਚਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਇਸ ਹਫ਼ਤੇ ਜਾਰੀ ਨਵੀਂ ਦਸਤਾਵੇਜ਼ੀ ਦੇ ਵਿੱਚ ਇਹ ਦਾਅਵਾ ਕੀਤਾ ਗਿਆ। ਇੰਗਲੈਂਡ ਦੀ ਖੂਫੀਆ ਏਜੰਟਾਂ ਨੇ ਕੈਨੇਡਾ ਨੂੰ ਗਰਮ ਖਿਆਲੀ ਪੰਜਾਬੀ ਆਗੂ ਹਰਦੀਪ ਸਿੰਘ ਨੀਚਰ ਦੇ ਕਤਲ ਬਾਰੇ ਅਹਿਮ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਹੀ ਕੈਨੇਡਾ ਅਤੇ ਭਾਰਤ ਵਿਚਾਲੇ ਸਬੰਧਾਂ ਵਿੱਚ ਕੜਵਾਹਟ ਵਧਣੀ ਸ਼ੁਰੂ ਹੋ ਗਈ ਸੀ। ਇੰਗਲੈਂਡ ਦੇ ਜਾਸੂਸਾਂ ਨੇ ਆਪਣੇ ਪੱਧਰ ਤੇ ਕੁਝ ਕਾਲਸ ਇੰਟਰਸੈਪਟ ਕਰਕੇ ਸੁਣੀਆਂ ਸਨ। ਉਹਨਾਂ ਦੇ ਆਧਾਰ ਤੇ ਹੀ ਯੂਕੇ ਦੇ ਖੂਫੀਆ ਵਿਭਾਗ ਨੇ ਕੈਨੇਡਾ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ 18 ਜੂਨ 2023 ਨੂੰ ਹੋਏ ਹਰਦੀਪ ਸਿੰਘ ਨੀਚਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਕੋਈ ਸਬੰਧ ਹੈ। ਇਹ ਦਾਅਵਾ ਬੀਤੇ ਦਿਨੀ ਜਾਰੀ ਕੀਤੀ ਗਈ ਇੱਕ ਨਵੀਂ ਦਸਤਾਵੇਜ਼ੀ ਫਿਲਮ ਦੇ ਵਿੱਚ ਕੀਤਾ ਗਿਆ। ਇੱਥੇ ਦੱਸਣਾ ਚਾਹਾਂਗੇ ਕਿ ਇੰਗਲੈਂਡ ਤੋਂ ਇਹ ਸੂਚਨਾ ਮਿਲਦੇ ਹੀ ਕੈਨੇਡਾ ਦੇ ਉਦੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਰੇਆਮ ਦੋਸ਼ ਲਗਾ ਦਿੱਤਾ ਸੀ ਕਿ ਉਹਨਾਂ ਦੇ ਨਾਗਰਿਕ ਹਰਦੀਪ ਸਿੰਘ ਨੀਚਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਹੱਥ ਹੈ। ਭਾਰਤ ਸਰਕਾਰ ਨੇ ਕੈਨੇਡਾ ਦੇ ਅਜਿਹੇ ਦੋਸ਼ਾਂ ਨੂੰ ਬੇਤੁਕੇ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ। ਸਾਲ 2020 ਦੇ ਵਿੱਚ ਭਾਰਤ ਸਰਕਾਰ ਨੇ ਹਰਦੀਪ ਸਿੰਘ ਨੀਚਰ ਨੂੰ ਖਾੜਕੂ ਐਲਾਨਿਆ ਸੀ। 5 ਦੇਸ਼ਾਂ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਖੂਫੀਆ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਚੱਲਦਾ ਰਹਿੰਦਾ ਹੈ। ਇਹ 5 ਦੇਸ਼ 5 ਆਈਜ਼ ਭਾਵ ਕਿ 5 ਅੱਖਾਂ ਅਖਵਾਉਂਦੇ ਨੇ। ਇਹਨਾਂ 5 ਦੇਸ਼ਾਂ ਵਿਚਾਲੇ ਆਖਰੀ ਸਮਝੌਤੇ ਦੇ ਤਹਿਤ ਹੀ ਖੂਫੀਆ ਜਾਣਕਾਰੀਆਂ ਦਾ ਅਜਿਹਾ ਲੈਣ ਦੇਣ ਹੁੰਦਾ ਹੈ। ਦਸਤਾਵੇਜ਼ੀ ਫਿਲਮ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੰਗਲੈਂਡ ਦੀਆਂ ਖੂਫੀਆ ਏਜੰਸੀਆਂ ਨੂੰ ਜੁਲਾਈ 2023 ਦੇ ਅਖੀਰ ਦੇ ਵਿੱਚ ਵੱਡੀ ਜਾਣਕਾਰੀ ਹੱਥ ਲੱਗੀ ਸੀ। ਉਹੀ ਅੱਗੇ ਕੈਨੇਡਾ ਸਰਕਾਰ ਨਾਲ ਸਾਂਝੀ ਕੀਤੀ ਗਈ ਸੀ। ਸੋ ਬ੍ਰਿਟਿਸ਼ ਖੂਫੀਆ ਜਾਣਕਾਰੀ ਬਹੁਤ ਸਖਤ ਸ਼ਰਤਾਂ ਅਧੀਨ ਹੋਰਨਾਂ ਦੇਸ਼ਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੰਗਲੈਂਡ ਤੋਂ ਕੋਈ ਵੀ ਖੂਫੀਆ ਜਾਣਕਾਰੀ ਹੋਰਨਾਂ ਦੇਸ਼ਾਂ ਦੇ ਨਾਲ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਕਦੇ ਵੀ ਸ਼ੇਅਰ ਨਹੀਂ ਕੀਤੀ ਜਾਂਦੀ। ਇਹ ਸਿਰਫ ਅਧਿਕਾਰੀਆਂ ਨੂੰ ਹੱਥੀਂ ਸੌਂਪੀ ਜਾਂਦੀ ਹੈ। ਕੈਨੇਡਾ ਦੇ ਵੀ ਸਿਰਫ ਕੁਝ ਕੁ ਅਧਿਕਾਰੀ ਹੀ ਇਸ ਖੂਫੀਆ ਜਾਣਕਾਰੀ ਨੂੰ ਵੇਖਣ ਲਈ ਅਧਿਕਾਰਤ ਹੁੰਦੇ ਨੇ। ਨਵੀਂ ਦਸਤਾਵੇਜ਼ੀ ਫਿਲਮ ਇਹ ਦਾਅਵਾ ਕਰਦੀ ਹੈ ਕਿ ਇੰਗਲੈਂਡ ਦੀਆਂ ਖੂਫੀਆ ਏਜੰਸੀ ਨੇ ਜਿਹੜੇ ਕੁਝ ਲੋਕਾਂ ਦੇ ਫੋਨ ਉੱਤੇ ਹੋਈਆਂ ਗੱਲਾਂ ਚੋਰੀ ਛਿਪੇ ਸੁਣੀਆਂ ਸਨ, ਉਹਨਾਂ ਬਾਰੇ ਇਹੋ ਮੰਨਿਆ ਤੇ ਸਮਝਿਆ ਸੀ ਕਿ ਉਹ ਭਾਰਤ ਸਰਕਾਰ ਦੇ ਲਈ ਕੰਮ ਕਰ ਰਹੇ ਸਨ। ਉਹਨਾਂ ਵਿਅਕਤੀਆਂ ਨੇ ਆਪਣੀ ਗੱਲਬਾਤ ਦੌਰਾਨ ਕਥਿਤ ਤੌਰ ਤੇ ਆਖਿਆ ਸੀ ਕਿ ਨੀਚਰ ਦਾ ਤਾਂ ਸਫਲਤਾਪੂਰਵਕ ਖਾਤਮਾ ਕਰ ਦਿੱਤਾ ਗਿਆ ਸੀ
ਤੇ ਹੁਣ ਇੰਗਲੈਂਡ ਦਾ ਨਾਗਰਿਕ ਅਵਤਾਰ ਸਿੰਘ ਖੰਡਾ ਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਬਾਕੀ ਰਹਿ ਗਏ ਨੇ। ਤੁਹਾਨੂੰ ਦੱਸ ਦਈਏ ਕਿ ਅਵਤਾਰ ਸਿੰਘ ਖੰਡਾ ਦੀ ਵੀ ਜੂਨ 2023 ਦੇ ਵਿੱਚ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਬਰਮਿੰਗਮ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਖੰਡਾ ਪਹਿਲਾਂ ਤੋਂ ਹੀ ਬਲੱਡ ਕੈਂਸਰ ਰੋਗ ਨਾਲ ਜੂਝ ਰਿਹਾ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਵੀ ਭਾਰਤ ਸਰਕਾਰ ਖਾੜਕੂ ਐਲਾਨ ਚੁੱਕੀ ਹੈ। ਭਾਰਤ ਸਰਕਾਰ ਕੈਨੇਡਾ ਸਰਕਾਰ ਦੇ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਚੁੱਕੀ ਹੈ, ਪਰ ਇਸ ਮੁੱਦੇ ਦੇ ਕਾਰਨ ਇੱਕ ਵੱਡਾ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਸੀ। ਫਿਰ ਅਕਤੂਬਰ 2024 ਵਿੱਚ ਓਟਵਾ ਵੱਲੋਂ ਨਿੱਜਰ ਮਾਮਲੇ ਨਾਲ ਜੋੜਨ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਭਾਰਤ ਨੇ ਵੀ ਬਰਾਬਰ ਗਿਣਤੀ ਵਿੱਚ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਤੁਰਕੀ ਵਿੱਚ ਹੋਈਆਂ ਗੱਲਬਾਤਾਂ ਦੀ ਅਸਫਲਤਾ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਤਾਲਿਬਾਨ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸਤਾਂਬੁਲ ਦੇ ਵਿੱਚ ਪਾਕਿਸਤਾਨ ਵਫਦ ਨੇ ਆਪਣੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਅਫਗਾਨਿਸਤਾਨ ਤੇ ਪਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਆਪਣੇ ਖੇਤਰ ਤੋਂ ਅਫਗਾਨਿਸਤਾਨ ਵਿਰੁੱਧ ਕਾਰਵਾਈਆਂ ਦੀ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕੀਤੀ। ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਹੈ। ਤੁਰਕੀ ਦੇ ਮਹਾਨਗਰ ਇਸਤਾਨਬੁਲ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਸਰਹੱਦੀ ਤਣਾਅ ਘੱਟ ਕਰਨ ਅਤੇ ਨਾਜ਼ੁਕ ਜੰਗਬੰਦੀ ਬਰਕਰਾਰ ਰੱਖਣ ਦੇ ਉਦੇਸ਼ ਦੇ ਨਾਲ ਸ਼ੁਰੂ ਕੀਤੀ ਗਈ ਗੱਲਬਾਤ ਟੁੱਟਣ ਲਈ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਰਹੀਆਂ ਨੇ। ਦੋਵੇਂ ਮੁਲਕਾਂ ਦਰਮਿਆਨ ਪਿਛਲੇ ਕੁਝ ਸਮੇਂ ਦੌਰਾਨ ਹਿੰਸਕ ਸਰਹੱਦੀ ਜੰਗ ਤੋਂ ਬਾਅਦ ਤਣਾਅ ਵਧਿਆ ਹੈ। ਸੋ ਇਸ ਟਕਰਾਅ ਦੌਰਾਨ ਦਰਜਨਾਂ ਫੌਜੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਾਬੁਲ ਦੇ ਵਿੱਚ 9 ਅਕਤੂਬਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਹਿੰਸਾ ਭੜਕ ਗਈ ਸੀ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਹਨਾਂ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਿਹਾ ਸੀ ਅਤੇ ਬਦਲਾ ਲੈਣ ਦੀ ਸੌਂ ਖਾਧੀ ਸੀ। ਕਤਰ ਵੱਲੋਂ 19 ਅਕਤੂਬਰ ਨੂੰ ਜੰਗਬੰਦੀ ਦੀ ਵਿਚੋਲਗੀ ਕਰਨ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਤਣਾਅ ਘਟਿਆ ਸੀ। ਸੋ ਅਫਗਾਨਿਸਤਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਜ਼ਬੀਹੁੱਲਾ ਮੁਜਾਹਿਦ ਨੇ ਗੱਲਬਾਤ ਟੁੱਟਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਹਨੇ ਕਿਹਾ ਹੈ ਕਿ ਸ਼ਾਂਤੀ ਵਾਰਤਾ ਦੌਰਾਨ ਪਾਕਿਸਤਾਨ ਦੀਆਂ ਮੰਗਾਂ ਗੈਰ ਵਾਜਬ ਸਨ ਅਤੇ ਗੱਲਬਾਤ ਅੱਗੇ ਨਹੀਂ ਵਧ ਸਕੀ। ਮੀਟਿੰਗ ਖਤਮ ਹੋ ਗਈ ਅਤੇ ਗੱਲਬਾਤ ਫਿਲਹਾਲ ਰੁਕੀ ਹੋਈ ਹੈ। ਦੱਖਣੀ ਅਫਗਾਨ ਸ਼ਹਿਰ ਕੰਦਾਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁਜਾਹਿਦ ਨੇ ਕਿਹਾ ਹੈ ਕਿ ਅਫਗਾਨਿਸਤਾਨ ਅਸੁਰੱਖਿਆ ਨਹੀਂ ਚਾਹੁੰਦਾ ਅਤੇ ਜੰਗ ਵਿੱਚ ਸ਼ਾਮਲ ਹੋਣਾ ਸਾਡੀ ਪਹਿਲੀ ਪਸੰਦ ਨਹੀਂ ਹੈ। ਮੁਜਾਹਿਦ ਨੇ ਕਿਹਾ ਹੈ ਕਿ ਜੇ ਜੰਗ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ। ਇਸ ਤੋਂ ਪਹਿਲਾਂ ਉਸਨੇ ਇੱਕ ਲਿਖਤੀ ਬਿਆਨ ਵਿੱਚ ਦੁਹਰਾਇਆ ਸੀ ਕਿ ਅਫਗਾਨਿਸਤਾਨ ਕਿਸੇ ਨੂੰ ਵੀ ਆਪਣੀ ਧਰਤੀ ਨੂੰ ਕਿਸੇ ਹੋਰ ਦੇਸ਼ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਨਾ ਹੀ ਅਜਿਹੀ ਕਾਰਵਾਈ ਦੀ ਆਗਿਆ ਦੇਵੇਗਾ ਜੋ ਇਸ ਦੀ ਪ੍ਰਭੂਸੱਤਾ ਜਾਂ ਫਿਰ ਸੁਰੱਖਿਆ ਨੂੰ ਕਮਜ਼ੋਰ ਕਰੇ। ਸੋ ਤੁਰਕੀ ਅਤੇ ਕਤਰ ਦੀ ਵਿਚੋਲਗੀ ਦੇ ਨਾਲ ਇਸਤਾਂਬੁਲ ਵਿੱਚ 2 ਦਿਨਾਂ ਗੱਲਬਾਤ ਸ਼ਾਂਤੀ ਵਾਰਤਾ ਦਾ ਤੀਸਰਾ ਦੌਰ ਸੀ, ਜਿਸ ਨੂੰ 2021 ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਗੁਆਂਢੀਆਂ ਵਿਚਕਾਰ ਸਭ ਤੋਂ ਮਹੱਤਵਪੂਰਨ ਕੂਟਨੀਤਿਕ ਯਤਨਾਂ ਵਿੱਚੋਂ ਇੱਕ ਵਜੋਂ ਵੇਖਿਆ ਜਾ ਰਿਹਾ ਸੀ। ਪਰ ਦੇ ਪਿਛਲੀ ਕੂਟਨੀਤੀ ਦੇ ਬਾਵਜੂਦ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਾਂਤੀ ਵਾਰਤਾ ਦੇਰ ਰਾਤ ਬਿਨਾਂ ਕਿਸੇ ਠੋਸ ਪ੍ਰਗਤੀ ਦੇ ਰੁਕ ਗਈ। ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੇਰ ਰਾਤ ਦੱਸਿਆ ਹੈ ਕਿ ਗੱਲਬਾਤ ਖਤਮ ਹੋ ਗਈ ਹੈ ਅਤੇ ਪਾਕਿਸਤਾਨੀ ਵਫਦ ਭਵਿੱਖ ਵਿੱਚ ਕਿਸੇ ਵੀ ਮੀਟਿੰਗ ਦੀ ਕੋਈ ਯੋਜਨਾ ਨਹੀਂ ਦੇ ਨਾਲ ਘਰ ਪਰਤ ਰਿਹਾ ਹੈ। ਉਹਨੇ ਕਿਹਾ ਹੈ ਕਿ ਜੰਗਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਅਫਗਾਨਿਸਤਾਨ ਵੱਲੋਂ ਇਸ ਦੀ ਕੋਈ ਉਲੰਘਣਾ ਨਹੀਂ ਹੁੰਦੀ। ਸੋ ਇਹ ਸਨ ਪੰਜਾਬ ਬੁਲੇਟਿਨ ਦੀਆਂ ਅਹਿਮ ਖਬਰਾਂ। ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਆਗਿਆ। ਧੰਨਵਾਦ।